ਮੇਰੇ ਪਿਆਰੇ ਦੋਸਤੋ, ਤੁਹਾਡਾ ਸਭ ਦਾ ਫਿਲਾਸਫਰ ਸਟੋਨ ਦੇ ਸੈਸ਼ਨ ਦੇ ਵਿੱਚ ਸਵਾਗਤ ਹੈ। ਅੱਜ ਅਸੀਂ ਉਸੇ ਸੀਰੀਜ਼ ਦੀ ਅਗਲੀ ਵੀਡੀਓ ਪਾ ਰਹੇ ਹਾਂ ਜੋ ਅਸੀਂ ਅਹਿਮਦੀ ਜੋ ਕਾਦੀਆਨੀ ਮੁਸਲਮਾਨ ਕਹੇ ਜਾਂਦੇ ਨੇ, ਮਿਰਜ਼ਾਈ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਜਿਹੜੇ ਸਿੱਖ ਧਰਮ ਬਾਰੇ ਲਿਖੇ ਲੇਖ ਹਨ ਉਹਨਾਂ ਦਾ ਜੋ ਵਿਸ਼ਲੇਸ਼ਣ ਕਰ ਰਹੇ ਹਾਂ, ਉਸੇ ਲੜੀ ਦੀ ਇਹ ਅਗਲੀ ਵੀਡੀਓ ਹੈ। ਅਗਲੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਅਸੀਂ ਇੱਥੇ ਕਰਨੀ ਬੜੀ ਮੁਨਾਸਬ ਸਮਝਦੇ ਹਾਂ ਕਿ ਇਹ ਜਿਹੜੀ ਜਮਾਤ ਅਹਿਮਦੀਆ ਹੈ, ਸਾਰੇ ਸੰਸਾਰ ਦੇ ਵਿੱਚ ਕਹਿੰਦੇ ਨੇ ਕਿ ਸਾਡੀਆਂ ਬ੍ਰਾਂਚਿਸ ਨੇ, ਔਰ ਇਹ ਆਮ ਤੌਰ 'ਤੇ ਇੱਕ ਬੜੀ ਮਿੱਠੀ ਜੀ ਗੱਲ ਕਰਦੇ ਨੇ ਕਿ ਲਵ ਫਾਰ ਆਲ, ਹੇਟਡ ਫਾਰ ਨਨ, ਕਿ ਅਸੀਂ ਬੜੇ ਸ਼ਾਂਤੀ ਪਸੰਦ ਹਾਂ ਅਤੇ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਅਤੇ ਅਸੀਂ ਸਾਰਿਆਂ ਨਾਲ ਪਿਆਰ ਕਰਦੇ ਹਾਂ। ਹੁਣ ਜਦੋਂ ਅਸੀਂ ਇਸ ਵਿਸ਼ੇ 'ਤੇ ਪਹਿਲਾਂ ਵੀ ਥੋੜ੍ਹੀਆਂ ਗੱਲਾਂ ਕਰ ਚੁੱਕੇ ਹਾਂ ਕਿ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ, ਇਹਨਾਂ ਦੇ ਇਤਿਹਾਸ ਦੇ ਵਿੱਚ ਇੱਕ ਨਾਮ ਜੁੜਿਆ ਹੋਇਆ ਹੈ, ਪੰਡਤ ਲੇਖ ਰਾਮ ਦਾ। ਪੰਡਤ ਲੇਖ ਰਾਮ ਇੱਕ ਪਿਸ਼ਾਵਰ ਦਾ ਬੜਾ ਵਿਦਵਾਨ ਪੰਡਤ ਸੀ ਔਰ ਆਰੀਆ ਸਮਾਜ ਦਾ ਉਹ ਬਹੁਤ ਵੱਡਾ ਪ੍ਰਚਾਰਕ ਕਹਿ ਲਓ ਜਾਂ ਆਗੂ ਕਹਿ ਲਓ, ਉਹ ਸੀ। ਔਰ ਉਹ ਮਿਰਜ਼ੇ ਦੇ ਸਮੇਂ ਦਾ ਹੀ ਉਹ ਬੰਦਾ ਹੈ। ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਦੇ ਵਿੱਚ ਜਦੋਂ ਉਹਨੇ ਨਬੀ ਹੋਣ ਦਾ ਦਾਅਵਾ ਕੀਤਾ ਅਤੇ ਹੋਰ ਕਈ ਦਾਅਵੇ ਕੀਤੇ, ਤਾਂ ਆਰੀਆ ਸਮਾਜੀਆਂ ਨੇ ਖਾਸ ਕਰਕੇ ਜਿਹੜਾ ਹੈ ਉਹਦਾ ਬੜਾ ਸਖਤ ਵਿਰੋਧ ਕੀਤਾ ਸੀ। ਔਰ ਕੁਝ ਕਿਤਾਬਾਂ ਆਰੀਆ ਸਮਾਜ ਦੇ ਬਾਰੇ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ ਵੀ ਲਿਖੀਆਂ, ਔਰ ਉਹਦੇ ਜਵਾਬ ਦੇ ਵਿੱਚ ਫਿਰ ਆਰੀਆ ਸਮਾਜੀਆਂ ਨੇ ਵੀ ਕਿਤਾਬਾਂ ਲਿਖੀਆਂ, ਅਤੇ ਇੱਕ ਨਫ਼ਰਤ ਦਾ ਸਿਲਸਿਲਾ ਜਿਹੜਾ ਹੈ ਉਹ ਮਿਰਜ਼ਾ ਸਾਹਿਬ ਦੀਆਂ ਲਿਖਤਾਂ ਕਰਕੇ ਸ਼ੁਰੂ ਹੋਇਆ। ਮੈਂ ਨਹੀਂ ਕਹਿੰਦਾ ਕਿ ਆਰੀਆ ਸਮਾਜ ਵਾਲਿਆਂ ਦਾ ਉਹਦੇ 'ਚ ਕਸੂਰ ਨਹੀਂ ਸੀ। ਆਰੀਆ ਸਮਾਜ ਹੋਵੇ ਚਾਹੇ ਕੋਈ ਹੋਰ ਧਰਮ ਹੋਵੇ, ਅਸੀਂ ਫਿਲਾਸਫਰ ਸਟੋਨਸ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰੇ ਮਜ਼ਹਬ ਜਿਹੜੇ ਨੇ ਇਹ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਨੂੰ ਫੈਲਾਉਂਦੇ ਨੇ, ਔਰ ਉਸ ਤੋਂ ਨਾ ਆਰੀਆ ਸਮਾਜ ਬਚਿਆ ਔਰ ਨਾ ਅਹਿਮਦੀ ਬਚੇ ਹੋਏ ਨੇ। ਇਹ ਵਿਖਾਵੇ ਦੇ ਤੌਰ 'ਤੇ ਭਾਵੇਂ ਕਹੀ ਜਾਣ ਕਿ ਲਵ ਫਾਰ ਆਲ, ਹੇਟਡ ਫਾਰ ਨਨ, ਪਰ ਮੈਂ ਕਾਦੀਆਂ ਦਾ ਜੰਪਲ ਹਾਂ। ਸਾਡੀ ਕਈ ਵਾਰੀ ਅਹਿਮਦੀ ਦੋਸਤਾਂ ਦੇ ਨਾਲ ਉੱਥੇ ਜਦੋਂ ਗੱਲ ਹੁੰਦੀ ਸੀ ਅਤੇ ਅਹਿਮਦੀ ਦੋਸਤਾਂ ਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਆ ਜਾਂਦੀ ਸੀ ਜਦੋਂ ਉਹ ਲੇਖ ਰਾਮ ਦੀ ਗੱਲ ਕਰਦੇ ਸੀ। ਲੇਖ ਰਾਮ ਦਾ ਕਤਲ ਜਿਹੜਾ ਹੈ 1897 ਦੇ ਵਿੱਚ ਹੋਇਆ ਸੀ, ਔਰ ਉਹਦੇ ਕਤਲ ਨੂੰ ਅਹਿਮਦੀ ਜਿਹੜੇ ਨੇ ਆਪਣੇ ਮਿਰਜ਼ਾ ਸਾਹਿਬ ਦੀ ਪੇਸ਼ੀਨ ਗੋਈ ਦੇ ਮੁਤਾਬਕ ਮੰਨਦੇ ਨੇ, ਔਰ ਇਸ ਕਰਕੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਜਿੱਦਣ ਪੰਡਤ ਲੇਖ ਰਾਮ ਦਾ ਲਾਹੌਰ ਦੇ ਵਿੱਚ ਕਤਲ ਹੋਇਆ ਸੀ। ਪੰਡਤ ਲੇਖ ਰਾਮ ਦਾ ਸ਼ਹੀਦੀ ਸਮਾਰਕ ਜਿਹੜਾ ਕਾਦੀਆਂ ਦੇ ਵਿੱਚ ਆਰੀਆ ਸਮਾਜ ਵਾਲਿਆਂ ਨੇ ਬਣਾਇਆ ਹੋਇਆ ਹੈ। ਆਰੀਆ ਸਮਾਜੀ ਜਿਹੜੇ ਨੇ ਉਹ ਪੰਡਤ ਲੇਖ ਰਾਮ ਦਾ ਬਹੁਤ ਇਹਤਰਾਮ ਕਰਦੇ ਨੇ, ਉਹਨੂੰ ਆਪਣਾ ਅੱਜ ਵੀ ਬਹੁਤ ਵੱਡਾ ਆਗੂ ਮੰਨਦੇ ਨੇ, ਆਪਣਾ ਆਚਾਰੀਆ ਮੰਨਦੇ ਨੇ, ਪੰਡਤ ਮੰਨਦੇ ਨੇ। ਉਹ ਕਿਉਂ ਮਰਿਆ ਸੀ? ਇਸ ਕਰਕੇ ਕਿ ਉਹਨੇ ਬਹੁਤ ਸਾਰੀਆਂ ਕਿਤਾਬਾਂ ਇਸਲਾਮ ਦੇ ਬਾਰੇ, ਜਿਵੇਂ ਕਿ ਸਤਿਆਰਥ ਪ੍ਰਕਾਸ਼ ਪੰਡਤ ਦਇਆਨੰਦ ਹੋਰਾਂ ਨੇ ਲਿਖਿਆ ਸੀਗਾ, ਅਤੇ ਉਹਦੇ ਵਿੱਚ ਵੀ ਸਾਰੇ ਧਰਮਾਂ ਦੇ ਬਾਰੇ ਉਹਨਾਂ ਨੇ, ਈਵਨ ਕਿ ਰਾਮ ਅਤੇ ਕ੍ਰਿਸ਼ਨ ਨੂੰ ਵੀ ਉਹਦੇ 'ਚ ਬਖਸ਼ਿਆ ਨਹੀਂ ਸੀਗਾ, ਸ਼ਿਵ ਨੂੰ ਨਹੀਂ ਉਹਨੇ ਬਖਸ਼ਿਆ। ਉਹ ਇੱਕ ਬਹੁਤ ਵੱਖਰੀ ਕਿਸਮ ਦੀ ਕਿਤਾਬ ਹੈ ਜਿਹਦੇ 'ਚ ਗੁਰੂ ਨਾਨਕ ਸਾਹਿਬ ਬਾਰੇ ਵੀ ਉਹਨੇ ਟਿੱਪਣੀਆਂ ਕੀਤੀਆਂ ਸੀ। ਉਹਨਾਂ ਦਾ ਆਪਣਾ ਇੱਕ ਉਹਦੇ 'ਚ ਤਰਕ ਸੀ। ਤੋ
ਉਹਦੇ ਵਿੱਚ ਪੂਰਾ ਇੱਕ ਚੈਪਟਰ ਇਸਲਾਮ ਬਾਰੇ ਹੈ, ਔਰ ਇਸਲਾਮ ਦੇ ਬਾਰੇ ਕੁਰਾਨ ਦੇ ਆਧਾਰ 'ਤੇ, ਔਰ ਇਸਲਾਮ ਦੇ ਬਾਰੇ ਜੋ ਮੁਹੰਮਦ ਸਾਹਿਬ ਦੀ ਜੀਵਨੀ ਦੱਸੀ ਜਾਂਦੀ ਆ ਉਹਦੇ ਮੁਤਾਬਕ ਉਹਨਾਂ ਨੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਹੜੀਆਂ ਮੁਸਲਮਾਨਾਂ ਨੂੰ ਹਜ਼ਮ ਨਹੀਂ ਹੋਈਆਂ। ਔਰ ਫਿਰ ਮੁਸਲਮਾਨਾਂ ਦੇ ਵਿੱਚੋਂ ਉਹਨਾਂ ਦਿਨਾਂ ਦੇ ਵਿੱਚ ਮਿਰਜ਼ਾ ਸਾਹਿਬ ਜਿਹੜੇ ਸੀ ਸਿਰ ਕੱਢ ਵਿਦਵਾਨ ਸਨ ਮੁਸਲਮਾਨਾਂ ਦੇ ਇਸਲਾਮ ਦੇ, ਅਤੇ ਉਹਨਾਂ ਨੇ ਯਥਾ ਸ਼ਕਤ ਉਹਦਾ ਜਵਾਬ ਦਿੱਤਾ। ਔਰ ਉਹਦੇ ਜਵਾਬ ਦੇ ਵਿੱਚ ਅੱਗੋਂ ਫਿਰ ਪੰਡਤ ਲੇਖ ਰਾਮ ਅਤੇ ਹੋਰ ਬਹੁਤ ਸਾਰੇ ਜਿਹੜੇ ਆਰੀਆ ਸਮਾਜੀ ਸਨ ਉਹ ਅੱਗੇ ਲਿਖਦੇ ਸੀ। ਤਾਂ ਇੱਕ ਬੜਾ ਨਫ਼ਰਤ ਵਾਲਾ ਜਿਹੜਾ ਹੈ ਮਾਹੌਲ ਉਸ ਵੇਲੇ ਇਹਨਾਂ ਲਿਖਤਾਂ ਕਰਕੇ ਪੈਦਾ ਹੋਇਆ। ਔਰ ਪੰਡਤ ਲੇਖ ਰਾਮ ਜਿਹੜਾ ਸੀ ਇਹ ਬੜਾ ਪ੍ਰਭਾਵਸ਼ਾਲੀ ਲਿਖਾਰੀ ਵੀ ਸੀ, ਵਕਤਾ ਵੀ ਸੀ, ਪ੍ਰਚਾਰਕ ਸੀ ਆਰੀਆ ਸਮਾਜ ਦਾ। ਔਰ ਇਹਦੇ ਪ੍ਰਭਾਵ ਦੇ ਵਿੱਚ ਬਹੁਤ ਸਾਰੇ ਕਿਹਾ ਜਾਂਦਾ ਹੈ ਕਿ ਜਿਹੜੇ ਹਿੰਦੂ ਮੁਸਲਮਾਨ ਬਣ ਚੁੱਕੇ ਸੀ ਕਿਸੇ ਨਾ ਕਿਸੇ ਕਾਰਨ, ਉਹ ਵਾਪਸ ਆਰੀਆ ਸਮਾਜ ਦੇ ਰਾਹੀਂ ਹਿੰਦੂ ਧਰਮ ਦੇ ਵਿੱਚ ਵਾਪਸ ਆ ਰਹੇ ਸਨ। ਔਰ ਇਹ ਗੱਲ ਇਹਨਾਂ ਨੂੰ ਜਿਹੜੀ ਹੈ ਚੰਗੀ ਨਹੀਂ ਸੀ ਲੱਗਦੀ ਕਿ ਕੋਈ ਬੰਦਾ ਮੁਸਲਮਾਨਾਂ ਨੂੰ ਮੁੜ ਕੇ ਹਿੰਦੂ ਧਰਮ ਦੇ ਵਿੱਚ ਸ਼ਾਮਲ ਕਰੇ। ਤਾਂ ਉਸ ਕਰਕੇ ਜਿਹੜਾ ਇਹ ਨਫ਼ਰਤ ਜਿਹੜੀ ਹੈ ਖਾਸ ਕਰਕੇ ਆਰੀਆ ਸਮਾਜ ਬਾਰੇ, ਔਰ ਆਰੀਆ ਸਮਾਜ ਬਾਰੇ ਜਿਹੜਾ ਖਾਸ ਕਰਕੇ ਪੰਡਤ ਲੇਖ ਰਾਮ ਬਾਰੇ ਮਿਰਜ਼ਾ ਸਾਹਿਬ ਨੇ ਮਤਲਬ ਇੱਕ ਦਾਵਤ ਦਿੱਤੀ, ਪੇਸ਼ਕਸ਼ ਕੀਤੀ, ਜਿਹਨੂੰ ਮੁਬਾਇਲਾ ਕਿਹਾ ਜਾਂਦਾ ਹੈ। ਮੁਬਾਇਲਾ ਇੱਕ ਇਸਲਾਮੀ ਸ਼ਬਦ ਹੈ। ਇਸਲਾਮ ਦੇ ਵਿੱਚ ਐਸੀ ਮਾਨਤਾ ਹੈ ਕਿ ਮੁਬਾਇਲਾ ਕਰਨ ਦਾ ਅਧਿਕਾਰ ਸਿਰਫ ਪੈਗੰਬਰ ਨੂੰ ਹੁੰਦਾ ਹੈ, ਔਰ ਪੈਗੰਬਰ ਮੁਬਾਇਲਾ ਪੇਸ਼ ਕਰਦਾ ਹੈ। ਮੁਬਾਇਲੇ ਦਾ ਮਤਲਬ ਇਹ ਹੁੰਦਾ ਹੈ ਕਿ ਦੋ ਧਿਰਾਂ ਜਦੋਂ ਕਿਸੇ ਗੱਲ ਦੇ ਉੱਤੇ ਸਹਿਮਤ ਨਾ ਹੋਣ ਤਾਂ ਦੋ ਧਿਰਾਂ ਅੱਲਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੁਆ ਕਰਦੀਆਂ ਨੇ ਕਿ ਜਿਹੜਾ ਵੀ ਸਾਡੇ ਵਿੱਚੋਂ ਝੂਠਾ ਹੋਵੇ ਅੱਲਾ ਉਹਨੂੰ ਸਜ਼ਾ ਦੇਵੇ। ਤੋ ਸਜ਼ਾ ਦਾ ਮਤਲਬ ਆਮ ਤੌਰ 'ਤੇ ਇਹੀ ਲਿਆ ਜਾਂਦਾ ਕਿ ਉਹਦੇ ਉੱਤੇ ਕੋਈ ਨਾ ਕੋਈ ਕਰੋਪੀ, ਭਾਵ ਕਿ ਉਹਦੀ ਮੌਤ ਹੋ ਜਾਏਗੀ, ਉਹਨੂੰ ਕੋਈ ਨਾ ਕੋਈ ਕਸ਼ਟ ਸਹਿਣਾ ਪਏਗਾ ਜਿਹੜਾ ਬੰਦਾ ਝੂਠਾ ਹੋਏਗਾ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਇਸਲਾਮੀ ਜਗਤ ਦੇ ਵਿੱਚ ਇੱਕੋ ਇੱਕ ਇਸਲਾਮੀ ਤਵਾਰੀਖ ਦੇ ਵਿੱਚ ਮੈਨੂੰ ਇੱਕੋ ਇੱਕ ਮਿਸਾਲ ਮਿਲੀ ਹੈ ਮੁਹੰਮਦ ਸਾਹਿਬ ਦੇ ਜੀਵਨ ਦੇ ਵਿੱਚ, ਜਦੋਂ ਉਹਨਾਂ ਨੇ ਈਸਾਈਆਂ ਨੂੰ ਮਤਲਬ ਕਿਹਾ ਸੀ ਕਿ ਮੈਨੂੰ ਪੈਗੰਬਰ ਮੰਨੋ, ਅਤੇ ਈਸਾਈ ਪੈਗੰਬਰ ਮੁਹੰਮਦ ਸਾਹਿਬ ਨੂੰ ਨਹੀਂ ਸੀ ਮੰਨਦੇ। ਤਾਂ ਅਖੀਰ ਫਿਰ ਮੁਹੰਮਦ ਸਾਹਿਬ ਨੇ ਉਹਨਾਂ ਦੇ ਅੱਗੇ ਇਹ ਮੁਬਾਇਲਾ ਪੇਸ਼ ਕੀਤਾ ਸੀ ਕਿ ਤੁਸੀਂ ਮੇਰੇ ਕੋਲ ਆਓ ਅਤੇ ਮੈਂ ਮੁਬਾਇਲਾ ਪੇਸ਼ ਕਰਦਾ ਤੁਹਾਡੇ ਕੋਲ, ਤੁਸੀਂ ਐਕਸੈਪਟ ਕਰੋ, ਅਤੇ ਜਿਹੜਾ ਸਾਡੇ ਵਿੱਚੋਂ ਜੇ ਮੈਂ ਝੂਠਾ ਪੈਗੰਬਰ ਹੋਵਾਂਗਾ ਤਾਂ ਮੈਂ ਮਾਰਿਆ ਜਾਵਾਂਗਾ, ਅਤੇ ਜੇ ਤੁਸੀਂ ਮਤਲਬ ਮੈਨੂੰ ਝੂਠਾ ਕਹਿ ਰਹੇ ਹੋ ਅਤੇ ਮੈਨੂੰ ਨਹੀਂ ਮੰਨਦੇ ਤਾਂ ਫਿਰ ਉਹ ਕਰੋਪੀ ਰੱਬ ਦੀ ਤੁਹਾਡੇ ਉੱਤੇ ਆਏਗੀ। ਇਹ ਮੁਬਾਇਲੇ ਨੂੰ ਈਸਾਈਆਂ ਨੇ ਮੰਨਿਆ ਨਹੀਂ ਸੀ, ਔਰ ਇਸਲਾਮੀ ਕਾਨੂੰਨ ਇਹ ਕਹਿੰਦਾ ਹੈ ਕਿ ਮੁਬਾਇਲਾ ਉਹਨਾਂ ਚਿਰ ਲਾਗੂ ਨਹੀਂ ਹੁੰਦਾ ਜਿੰਨਾ ਚਿਰ ਦੋਵੇਂ ਧਿਰਾਂ ਉਹਨੂੰ ਕਬੂਲ ਨਹੀਂ ਕਰਦੀਆਂ। ਜੇ ਦੋਵੇਂ ਧਿਰਾਂ ਉਹਨੂੰ ਐਕਸੈਪਟ ਕਰਨ ਤੇ ਤਾਂ ਹੀ ਮੁਬਾਇਲਾ ਜਿਹੜਾ ਹੈ ਉਹ ਲਾਗੂ ਹੁੰਦਾ ਹੈ, ਅਤੇ ਫਿਰ ਅੱਲਾ ਜਿਹੜਾ ਹੈ ਨਿਆਂ ਕਰਦਾ ਹੈ, ਫੈਸਲਾ ਕਰਦਾ ਹੈ। ਪਰੰਤੂ ਉਹਨਾਂ ਨੇ ਮੰਨਿਆ ਨਹੀਂ, ਇਸ ਕਰਕੇ ਮੁਬਾਇਲਾ ਜਿਹੜਾ ਉਹ ਇੱਕੋ ਇੱਕ ਐਗਜ਼ੈਂਪਲ ਜਿਹੜੀ ਮੁਹੰਮਦ ਸਾਹਿਬ ਦੇ ਜੀਵਨ ਦੀ ਹੈ ਉਹਦੇ ਵਿੱਚ ਵੀ ਇਹ ਲਾਗੂ ਨਹੀਂ ਸੀ ਹੋ ਸਕਿਆ। ਪਰੰਤੂ ਕਿਉਂਕਿ ਮਿਰਜ਼ਾ ਸਾਹਿਬ ਨੂੰ ਇਹ ਗਲਤ ਫਹਿਮੀ ਸੀ ਜਾਂ ਖੁਸ਼ ਫਹਿਮੀ ਸੀ ਕਿ ਮੈਂ ਮੁਹੰਮਦ ਸਾਹਿਬ ਵਰਗਾ ਹੀ ਇੱਕ ਪੈਗੰਬਰ ਹਾਂ ਅਤੇ ਮੇਰੇ ਕੋਲ ਇਹ ਅਧਿਕਾਰ ਹੈਗਾ ਕਿ ਮੈਂ ਮੁਬਾਇਲਾ ਕਰਕੇ ਅਤੇ ਆਪਣੇ ਵਿਰੋਧੀਆਂ ਨੂੰ ਦੈਵੀ ਸਜ਼ਾ ਜਿਹੜੀ ਹੈ ਉਹ ਦਿਵਾ ਸਕਦਾ, ਤਾਂ ਉਹਨਾਂ ਨੇ ਇਹ ਇਸਤੇਮਾਲ ਕੀਤਾ ਸ਼ਬਦ। ਵੇਖੋ, ਇੱਕ ਮਨੁੱਖੀ ਮਨ ਦੀ ਇੱਕ ਭਾਵਨਾ ਜਿਹੜੀ ਹੈ ਮੈਂ ਤੁਹਾਡੇ ਨਾਲ ਵਿਅਕਤ ਕਰਦਾ ਇਹ ਗੱਲ ਨੂੰ ਥੋੜ੍ਹਾ ਜਿਹਾ ਸਪਸ਼ਟ ਕਰਨ ਵਾਸਤੇ। ਅਸੀਂ ਜੇਕਰ ਕੋਈ ਟੂਣਾ ਕਰਦੀ ਹੈ ਨਾ ਕਿਸੇ ਦੇ ਬੂਹੇ ਦੇ ਅੱਗੇ, ਅਤੇ ਉਹ ਬੰਦਾ ਦਿਨ ਰਾਤ ਸੋਚਣ ਲੱਗ ਜਾਂਦਾ ਕਿ ਇਹ ਟੂਣਾ ਕਿਉਂ ਕੀਤਾ। ਹਾਲਾਂਕਿ ਟੂਣੇ ਦਾ ਕੋਈ ਵੀ ਅਸਰ ਕਿਸੇ ਨਾ ਕਿਸੇ ਤਰ੍ਹਾਂ ਨਹੀਂ ਹੁੰਦਾ, ਸਿਰਫ ਇੱਕ ਮਾਨਸਿਕ ਦਬਾਅ ਬਣਦਾ ਹੈ। ਇਸੇ ਤਰੀਕੇ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਇਸ ਤਰ੍ਹਾਂ ਦੀ ਕਿਸੇ ਨੂੰ ਸਰਾਪ ਦਿੰਦੇ ਹਾਂ, ਇਹ ਵੀ ਦੂਜੇ ਬੰਦੇ ਦੇ ਮਨ ਦੇ ਉੱਤੇ ਨੈਗੇਟਿਵ ਪ੍ਰਭਾਵ ਜ਼ਰੂਰ ਕ੍ਰੀਏਟ ਕਰਦਾ ਹੈ।
ਔਰ ਇਹੀ ਜਿਹੜਾ ਪੈਂਤੜਾ ਸੀ ਮੁਬਾਇਲੇ ਦੇ ਰਾਹੀਂ ਮੁਹੰਮਦ ਸਾਹਿਬ ਨੇ ਈਸਾਈਆਂ ਦੇ ਉੱਤੇ ਵਰਤਣ ਦੀ ਕੋਸ਼ਿਸ਼ ਕੀਤੀ ਸੀ। ਜੇ ਮੰਨ ਲਓ ਕਿ ਅੱਲਾ ਦੀ ਮਰਜ਼ੀ ਹੋਵੇ ਇਸੇ ਤਰ੍ਹਾਂ ਦੀ, ਤਾਂ ਕੀ ਉਹਨੂੰ ਮੁਬਾਇਲੇ ਦੀ ਲੋੜ ਹੈ? ਹਰ ਬੰਦਾ ਜੇ ਵਾਕਈ ਅੱਲਾ ਇਹਨਾਂ ਦਾ ਇਸ ਤਰ੍ਹਾਂ ਦਾ ਹੈ ਜਾਂ ਰੱਬ ਇਸ ਤਰ੍ਹਾਂ ਦਾ ਹੈ, ਤਾਂ ਫਿਰ ਉਹ ਆਪਣੀ ਸਰਬ ਸ਼ਕਤੀ ਦੇ ਨਾਲ, ਸਰਬ ਸ਼ਕਤੀਮਾਨ ਹੈ, ਉਹ ਆਪਣੀ ਸ਼ਕਤੀ ਦੇ ਨਾਲ ਸਾਰਿਆਂ ਦੇ ਦਿਲ ਵੈਸੇ ਹੀ ਬਦਲ ਸਕਦਾ। ਉਹਨਾਂ ਨੂੰ ਕੋਈ ਵੀ ਮੁਬਾਇਲਾ ਕਰਨ ਦੀ ਲੋੜ ਨਹੀਂ ਪੈ ਸਕਦੀ। ਖੈਰ, ਇਹ ਇੱਕ ਮਤਲਬ ਦਬਾਅ ਹੁੰਦਾ ਹੈ, ਸਰਾਪ ਦੇਣਾ, ਕਿਸੇ ਨੂੰ ਬਦਦੁਆ ਦੇਣੀ ਜਾਂ ਮੁਬਾਇਲੇ ਦਾ ਡਰਾਵਾ ਦੇਣਾ। ਤਾਂ ਇਹੀ ਕੰਮ ਜਿਹੜਾ ਮਿਰਜ਼ਾ ਸਾਹਿਬ ਨੇ ਕੀਤਾ ਸੀ। ਔਰ ਸਾਡੇ ਕੋਲ ਡਾਕੂਮੈਂਟ ਆ ਚੁੱਕੇ ਨੇ ਬਹੁਤ ਸਾਰੇ, ਜਿਨ੍ਹਾਂ ਦੇ ਵਿੱਚ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਮਿਰਜ਼ਾ ਸਾਹਿਬ ਨੇ ਮੁਬਾਇਲੇ ਦੀ ਜਿਹੜੀ ਪੇਸ਼ਕਸ਼ ਸੀ 1888 ਦੇ ਵਿੱਚ ਕੀਤੀ ਸੀ। 1888, ਜਿਹਦੇ ਮੁਤਾਬਕ ਮੁਬਾਇਲੇ ਦਾ ਮਤਲਬ ਹੁੰਦਾ ਹੈ ਕਿ 1 ਸਾਲ ਦੇ ਵਿੱਚ ਉਹਦਾ ਰਿਜ਼ਲਟ ਮਿਲਣਾ ਚਾਹੀਦਾ ਹੈ। ਪਰੰਤੂ ਜਿਹੜਾ ਪੰਡਤ ਲੇਖ ਰਾਮ ਹੈ, ਇਹ 1897 ਦੇ ਵਿੱਚ ਜਾ ਕੇ ਕਤਲ ਹੁੰਦਾ ਹੈ। ਔਰ ਕਤਲ ਕਿਵੇਂ ਹੁੰਦਾ ਹੈ, ਇਹ ਬੜੀ ਇੰਟਰਸਟਿੰਗ ਸਟੋਰੀ ਹੈ, ਜਿਹੜੀ ਕਿ ਬਹੁਤ ਹੀ ਮੰਦਭਾਗੀ ਸਟੋਰੀ ਹੈ। ਉਹ ਇਹ ਹੈ ਕਿ ਇੱਕ ਪਠਾਨ ਜਿਹੜਾ ਹੈ, ਉਹ ਪੰਡਤ ਲੇਖ ਰਾਮ ਦੇ ਕੋਲ ਪਹੁੰਚਦਾ ਹੈ ਅਤੇ ਉਹਨੂੰ ਕਹਿੰਦਾ ਕਿ ਮੈਂ ਹਿੰਦੂ ਧਰਮ ਦਾ ਜਿਹੜਾ ਜਾਂ ਆਰੀਆ ਸਮਾਜ ਦੇ ਧਰਮ ਨੂੰ ਜਿਹੜਾ ਅਪਣਾਉਣਾ ਹੈ। ਅਤੇ ਉਹ ਬੜੇ ਦਿਨ ਤੱਕ ਪੰਡਤ ਜੀ ਜਿਹੜੇ ਸੀ, ਕਹਿੰਦੇ ਕਿ ਬੜੇ ਕੋਮਲ ਹਿਰਦੇ ਵਾਲੇ ਸੀ, ਉਹਨਾਂ ਨੇ ਵਿਸ਼ਵਾਸ ਕਰ ਲਿਆ, ਕਿਉਂਕਿ ਬਹੁਤ ਸਾਰੇ ਮੁਸਲਮਾਨ ਪਹਿਲਾਂ ਵੀ ਆਰੀਆ ਸਮਾਜੀ ਬਣ ਗਏ ਸੀ। ਅਤੇ ਉਹਨਾਂ ਸੋਚਿਆ ਕਿ ਸ਼ਾਇਦ ਇਹ ਪਠਾਨ ਜਿਹੜਾ ਇਹ ਸੱਚੀ ਮੁੱਚੀ ਹੀ ਜਿਹੜਾ ਆਰੀਆ ਸਮਾਜੀ ਬਣਨਾ ਚਾਹੁੰਦਾ। ਅਤੇ ਉਹਨਾਂ ਨੇ ਭੋਲੇ ਭਾਅ ਉਹਦੇ 'ਤੇ ਵਿਸ਼ਵਾਸ ਕਰਕੇ ਉਹਨੂੰ ਆਪਣੇ ਘਰ ਰੱਖ ਲਿਆ। ਔਰ ਉਹ ਘਰ ਰਹਿ ਕੇ ਉਹਨਾਂ ਦੇ ਕੁਛ ਦਿਨ ਸੇਵਾ ਚਾਕਰੀ ਉਹਨਾਂ ਦੀ ਕਰਦਾ ਰਿਹਾ। ਔਰ ਇੱਕ ਦਿਨ ਮੌਕਾ ਪਾ ਕੇ ਸਵੇਰ ਦੇ ਟਾਈਮ 'ਤੇ ਪੰਡਤ ਲੇਖ ਰਾਮ ਹੋਰਾਂ ਨੂੰ ਉਹਨੇ ਛੁਰਾ ਮਾਰ ਦਿੱਤਾ ਅਤੇ ਮੁੜ ਕੇ ਉਹ ਭਗੌੜਾ ਹੋ ਗਿਆ। ਹੁਣ ਵੇਖੋ, ਅਹਿਮਦੀ ਹਜ਼ਰਾਤ ਜਿਹੜੇ ਕਹਿੰਦੇ ਨੇ ਲਵ ਫਾਰ ਆਲ, ਹੇਟਡ ਫਾਰ ਨਨ, ਇਹ ਬਹੁਤ ਖੁਸ਼ੀਆਂ ਮਨਾਈਆਂ ਇਹਨਾਂ ਨੇ। ਔਰ ਇਹਨਾਂ ਨੇ ਕਿਹਾ ਕਿ ਇਹ ਮਿਰਜ਼ਾ ਸਾਹਿਬ ਦੀ ਜਿਹੜੀ ਪੇਸ਼ੀਨ ਗੋਈ ਆ ਉਹਦੇ ਮੁਤਾਬਕ ਮਰਿਆ, ਜਦੋਂ ਕਿ ਇਹ ਤਾਂ 1888 ਤੋਂ ਲੈ ਕੇ 1897 ਤੱਕ 10 ਸਾਲ ਉਸ ਤੋਂ ਬਾਅਦ ਇਹ ਜਿੰਦਾ ਰਿਹਾ ਬੰਦਾ। ਔਰ ਜਦੋਂ ਨਹੀਂ ਇਹ ਮਰਿਆ ਤਾਂ ਫਿਰ ਇਹਨਾਂ ਨੇ ਮਤਲਬ ਪਠਾਨ ਦਾ ਜਿਹੜਾ ਹੈ ਉਹ ਕਿਸੇ ਦਾ ਹਾਇਰ ਕਰਕੇ ਅਤੇ ਇਹਦਾ ਕਤਲ ਕਰਵਾਇਆ। ਇਹਦੇ ਬਾਰੇ ਕਿਹਾ ਗਿਆ, ਕਿਉਂਕਿ ਉਹ ਫੜਿਆ ਨਹੀਂ ਗਿਆ ਪਠਾਨ। ਤੁਹਾਨੂੰ ਪਤਾ ਬਹੁਤ ਸਾਰੇ ਪੁਲਿਸ ਮਹਿਕਮੇ ਦੇ ਵਿੱਚ ਅਜਿਹੀਆਂ ਫਾਈਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਗੁਨਾਹਗਾਰ ਕਦੀ ਲੱਭਦੇ ਨਹੀਂ, ਤਾਂ ਕਿ ਉਹ ਅਸੀਂ ਮੰਨ ਲਈ ਕਿ ਰੱਬ ਨੇ ਕਰਾਏ ਨੇ। ਹੁਣ ਇਹਨਾਂ ਨੇ ਇਹ ਗੱਲ ਚਲਾਈ ਹੋਈ ਹੈ ਕਿ ਫਰਿਸ਼ਤੇ ਮਾਰ ਗਏ ਉਹਨੂੰ ਆ ਕੇ। ਉਹ ਅੱਲਾ ਨੇ ਅਸਮਾਨ ਤੋਂ ਫਰਿਸ਼ਤਾ ਭੇਜਿਆ ਸੀ ਪਠਾਨ ਦੇ ਰੂਪ ਵਿੱਚ, ਅਤੇ ਉਹ ਜਿਹੜਾ ਪਠਾਨ ਉਹਨੂੰ ਕਤਲ ਕਰਕੇ ਫਰਿਸ਼ਤੇ ਵਾਪਸ ਅਸਮਾਨ 'ਤੇ ਚੜ੍ਹ ਗਏ ਅਤੇ ਪੁਲਿਸ ਨੂੰ ਅੱਜ ਤੱਕ ਉਹ ਨਹੀਂ ਪਤਾ ਲੱਗਾ। ਮੈਨੂੰ ਦੁਖੀ ਹੋ ਕੇ ਇੱਕ ਗੱਲ ਕਰਨੀ ਪੈ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਅਹਿਮਦੀ ਮਾਰੇ ਗਏ ਨੇ, ਸੁੰਨੀ ਮੁਸਲਮਾਨਾਂ ਦੇ ਹੱਥੋਂ ਜਾਂ ਹੋਰ ਮੁਸਲਮਾਨਾਂ ਦੇ ਹੱਥੋਂ। ਔਰ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਅਹਿਮਦੀਆਂ ਦੇ ਕਾਤਲ ਜਿਹੜੇ ਨੇ ਉਹ ਅੱਜ ਤੱਕ ਨਹੀਂ ਫੜੇ ਗਏ। ਤਾਂ ਕੀ ਉੱਥੇ ਵੀ ਇਹ ਕਾਨੂੰਨ ਲਾਗੂ ਹੋਏਗਾ, ਇਹ ਨਿਯਮ ਲਾਗੂ ਹੋਏਗਾ ਕਿ ਉਹਨਾਂ ਨੂੰ ਵੀ ਫਰਿਸ਼ਤੇ ਮਾਰ ਗਏ ਨੇ, ਕਿਉਂਕਿ ਕਾਤਲ ਲੱਭੇ ਨਹੀਂ ਉਹਨਾਂ ਦੇ? ਇਹ ਬੜੀਆਂ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਨੇ, ਇਹਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ। ਨਫ਼ਰਤ ਨਾਲ ਸਿਰਫ ਨਫ਼ਰਤ ਫੈਲਦੀ ਹੈ। ਔਰ ਨਫ਼ਰਤ ਦਾ ਜਿਹੜੀ ਪੰਡਤ ਲੇਖ ਰਾਮ ਦਾ ਕਤਲ ਹੋਇਆ, ਉਹਦਾ ਫਿਰ ਨਤੀਜਾ ਇਹ ਵਾਲੀ ਕਿਤਾਬ ਆਈ। ਆਰੀਆ ਸਮਾਜੀਆਂ ਨੇ ਫਿਰ ਇਹ ਕਿਤਾਬ ਜਿਹੜੀ ਹੈ ਪਬਲਿਸ਼ ਕਰਕੇ ਪੈਗੰਬਰ ਮੁਹੰਮਦ ਦੇ ਉੱਤੇ ਬੜੇ ਜ਼ਬਰਦਸਤ ਅਟੈਕ ਕੀਤੇ ਇਹਦੇ ਵਿੱਚ। ਔਰ ਇਹਦੀ ਜਿਹੜੀ ਕਿਤਾਬ ਨੂੰ ਜਿਹੜਾ ਲਿਖਿਆ ਗਿਆ, ਇਹਦੇ ਵਿੱਚ ਬੜਾ ਸਪਸ਼ਟ ਲਿਖਿਆ ਗਿਆ ਕਿਤਾਬ ਦੇ ਵਿੱਚ ਪਹਿਲੇ ਪੇਜ ਦੇ ਉੱਤੇ ਕਿ ਇਹ ਕਿਤਾਬ ਜਿਹੜੀ ਹੈ ਅਸੀਂ ਪੰਡਤ ਲੇਖ ਰਾਮ
किताब ਦੇ ਵਿੱਚ ਜਿਹੜੇ ਸ਼ਬਦ ਨੇ ਉਹ ਮੈਂ ਤੁਹਾਨੂੰ ਦਿਖਾ ਰਿਹਾ, मैं पढ़ के सुना देना। उस महान योद्धा साहसी विद्वान को ये कृति समर्पित है जिसने संसार के मानव मात्र को हजरत मोहम्मद साहब के वास्तविक जीवन चरित्र को प्रकाशित कराकर सही दिग्दर्शन कराया तथा जिसके निमित्त स्वयं शुरा खाकर शहीद हो गए। भाव के पंडित लेख राम। ਅੱਜ ਦੀ ਇਸ ਵੀਡੀਓ ਦੇ ਵਿੱਚ ਅਜੇ ਸਿਰਫ ਅਸੀਂ ਇੰਨਾ ਹੀ ਕਹਿ ਰਹੇ ਹਾਂ ਕਿ ਨਫ਼ਰਤ ਨਾਲ ਨਫ਼ਰਤ ਫੈਲਦੀ ਹੈ। ਇਹ ਝੂਠੇ ਜਿਹੜੇ ਨਾਅਰੇਬਾਜ਼ੀ ਹੈ ਕਿ ਲਵ ਫॉर ਆਲ, ਇਹ ਜਿਹੜੀ ਘੱਟੋ ਘੱਟ ਅਹਿਮਦੀਆਂ ਦੀ ਨਵੀਂ ਜਨਰੇਸ਼ਨ ਹੈ ਉਹਨੂੰ ਜ਼ਰੂਰ ਇਸ 'ਤੇ ਗੌਰ ਕਰਨਾ ਚਾਹੀਦਾ ਹੈ ਕਿ ਇਹਨਾਂ ਦੇ ਬਾਬੇ ਆਖਰ ਕੀ ਗੁਲ ਖਿਲਾਉਂਦੇ ਰਹੇ ਨੇ। ਅਗਲੀ ਵੀਡੀਓ ਦਾ ਇੰਤਜ਼ਾਰ ਕਰੋ। ਥੈਂਕ ਯੂ।